ਹੈਲੋ ਸਟੂਡੈਂਟਸ, ਅੱਜ ਅਸੀਂ ਕਰਨ ਲੱਗੇ ਹਾਂ ਟਾਈਪਸ ਆਫ ਕੰਪਿਊਟਰ ਮੈਮਰੀ। ਕੰਪਿਊਟਰ ਮੈਮਰੀ ਦੀਆਂ 2 ਟਾਈਪਸ ਨੇਗੀਆਂ, ਪ੍ਰਾਇਮਰੀ ਮੈਮਰੀ ਐਂਡ ਸੈਕੰਡਰੀ ਮੈਮਰੀ। ਮੈਮਰੀ ਯੂਨਿਟ ਹੁੰਦੀ ਕੀ ਹੈਗੀ? ਜਿਵੇਂ ਡਾਟੇ ਨੂੰ ਮਤਲਬ ਸਟੋਰ ਕੀਤਾ ਜਾਂਦਾ, ਡਾਟਾ ਜਾਂ ਫਿਰ ਇਨਫੋਰਮੇਸ਼ਨ ਜਾਂ ਕੋਈ ਵੀ ਫਾਈਲ ਆ ਜਿਹਨੂੰ ਸਟੋਰ ਕੀਤਾ ਜਾਂਦਾ, ਜਿਸ ਲੋਕੇਸ਼ਨ ਦੇ ਉੱਤੇ ਸਟੋਰ ਕੀਤਾ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਗਾ? ਮੈਮਰੀ। ਠੀਕ ਹੈ ਜੀ। ਜਿਵੇਂ ਹੋ ਗਈ ਰੈਮ, ਰੋਮ, ਠੀਕ ਆ, ਮੈਮਰੀ ਕਾਰਡ ਹੋ ਗਿਆ ਜਾਂ ਫਿਰ ਹਾਰਡ ਡਿਸਕ ਹੋ ਗਈ, ਪੈਨ ਡਰਾਈਵ ਹੋ ਗਈ, CD ਹੋ ਗਈ ਜਾਂ ਫਿਰ DVD। ਇਹ ਸਾਰਿਆਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਡਾਟੇ ਨੂੰ ਸਟੋਰ ਕਰ ਸਕਦੇ ਹਾਂ, ਡਾਟਾ ਸਟੋਰ ਕਰ ਸਕਦੇ ਹਾਂ। ਅੱਗੇ ਆ ਗਿਆ ਮੈਮਰੀ ਦੀਆਂ ਟਾਈਪਸ ਨੇਗੀਆਂ। ਮੈਮਰੀ ਦੀਆਂ 2 ਟਾਈਪਸ ਨੇ, ਪ੍ਰਾਇਮਰੀ ਮੈਮਰੀ ਐਂਡ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈਗੀ? ਜਿਹੜੀ ਪ੍ਰਾਇਮਰੀ ਮੈਮਰੀ ਹੁੰਦੀ ਆ ਉਹ ਪ੍ਰੋਸੈਸਰ ਦੇ ਨਾਲ ਵਰਕ ਕਰਦੀ ਆ। ਠੀਕ ਆ, ਅਸੀਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀਗਾ ਵੀ ਪ੍ਰੋਸੈਸਰ ਦੇ ਬਾਰੇ। ਪ੍ਰੋਸੈਸਰ ਹੁੰਦਾ ਕੀ ਹੈ? ਜੋ ਡਾਟੇ ਨੂੰ ਪ੍ਰੋਸੈਸ ਕਰਦਾ, ਡਾਟਾ ਪ੍ਰੋਸੈਸ ਕਰਦਾ, ਉਸ ਨੂੰ ਕੀ ਕਿਹਾ ਜਾਂਦਾ ਗਾ? ਪ੍ਰੋਸੈਸਰ। ਜਦੋਂ ਪ੍ਰੋਸੈਸਰ ਡਾਟੇ ਨੂੰ ਪ੍ਰੋਸੈਸ ਕਰ ਰਿਹਾ ਹੁੰਦਾ ਉਸ ਟਾਈਮ ਦੇ ਉੱਤੇ ਉਹ ਜਿਸ ਮੈਮਰੀ ਜਿਹੜੀ ਪੋਜੀਸ਼ਨ ਦੇ ਉੱਤੇ ਮਤਲਬ ਵਰਕ ਕਰ ਰਿਹਾ ਹੁੰਦਾ ਉਸ ਨੂੰ ਕੀ ਕਿਹਾ ਜਾਂਦਾ ਗਾ? ਪ੍ਰਾਇਮਰੀ ਮੈਮਰੀ। ਮੀਨਸ ਕਿ ਪ੍ਰੋਸੈਸਰ ਦੇ ਸਪਲੀਮੈਂਟ ਦੇ ਤੌਰ 'ਤੇ ਜੋ ਪ੍ਰੋਸੈਸ ਨੂੰ ਸਪੋਰਟ ਕਰਦੀ ਆ ਜਾਂ ਪ੍ਰੋਸੈਸਰ ਦੇ ਨਾਲ ਯੂਜ਼ ਹੁੰਦੀ ਆ। ਠੀਕ ਆ, ਉਸ ਨੂੰ ਪ੍ਰੋਸੈਸਰ ਦਾ ਹੀ ਪਾਰਟ ਕਿਹਾ ਜਾਂਦਾ ਕਿਉਂਕਿ ਉਹ ਪ੍ਰੋਸੈਸਿੰਗ ਦੇ ਟਾਈਮ ਹੀ ਯੂਜ਼ ਹੁੰਦੀ ਆ। ਫੋਰ ਐਗਜ਼ਾਮਪਲ ਰੈਮ, ਰੋਮ, ਕੈਸ਼ ਮੈਮਰੀ, ਵਰਚੁਅਲ ਮੈਮਰੀ। ਇਹ ਸਾਰੀਆਂ ਮੈਮਰੀ ਨੇ ਜਿਹੜੀਆਂ ਪ੍ਰਾਇਮਰੀ ਮੈਮਰੀ ਦੇ ਅੰਡਰ ਆਉਂਦੀਆਂ ਨੇਗੀਆਂ। ਠੀਕ ਆ, ਪ੍ਰੋਸੈਸਿੰਗ ਦੇ ਟਾਈਮ 'ਤੇ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਹੁੰਦੀਆਂ ਨੇ ਇਹ। ਅੱਗੇ ਡਿਟੇਲ 'ਚ ਅਸੀਂ ਦੇਖਦੇ ਆਂਗੇ। ਜਿਵੇਂ ਰੈਮ ਹੋ ਗਈ, ਠੀਕ ਆ, ਰੈਮ ਤੇ ਰੋਮ। ਰੈਮ ਕੀ ਹੁੰਦੀ ਹੈਗੀ? ਰੈਂਡਮ ਐਕਸੈਸ ਮੈਮਰੀ। ਜਿਹੜੀ ਰੈਮ ਹੁੰਦੀ ਆ ਇਸ ਦੇ ਵਿੱਚ ਕੀ ਹੁੰਦਾ ਗਾ? ਕਿਉਂਕਿ ਕੰਪਿਊਟਰ ਸਿਸਟਮ ਦੇ ਵਿੱਚ ਅਸੀਂ ਜੋ ਕੁਝ ਵੀ ਵਰਕ ਕਰਦੇ ਹਾਂ ਜਾਂ ਜੋ ਵੀ ਡਾਟਾ ਇਨਪੁੱਟ ਕਰਦੇ ਹਾਂ, ਓਪਨ ਕਰਦੇ ਹਾਂ, ਰਨ ਕਰਦੇ ਹਾਂ, ਇਹ ਸਾਰਾ ਕੀ ਹੈਗਾ? ਸਾਰੀ ਵਰਕਿੰਗ ਰੈਮ ਦੇ ਉੱਪਰ ਹੁੰਦੀ ਆ। ਠੀਕ ਆ, ਸਕਰੀਨ ਦੇ ਉੱਪਰ ਜੋ ਕੁਝ ਵੀ ਅਸੀਂ ਦੇਖਦੇ ਹਾਂ ਸਾਰਾ ਰੈਮ ਦੇ ਉੱਪਰ ਹੁੰਦਾ। ਮੰਨ ਲਓ ਅਸੀਂ ਟਾਈਪਿੰਗ ਕਰਦੇ ਹਾਂ, ਸੌਂਗਜ਼ ਲਿਸਨ ਕਰਦੇ ਹਾਂ ਜਾਂ ਫਿਰ ਵੀਡੀਓਜ਼ ਦੇਖਦੇ ਹਾਂ, ਜੋ ਵੀ ਵਰਕ ਹੋ ਰਿਹਾ ਸਕਰੀਨ ਦੇ ਉੱਪਰ ਇਹ ਸਾਰਾ ਰੈਮ ਦੇ ਉੱਪਰ ਹੁੰਦਾ। ਸਭ ਤੋਂ ਪਹਿਲਾਂ ਡਾਟਾ ਇਨਪੁੱਟ ਰੈਮ 'ਤੇ ਹੀ ਹੁੰਦਾ, ਉਸ ਤੋਂ ਬਾਅਦ ਅਲੱਗ-ਅਲੱਗ ਮੈਮਰੀਜ਼ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ। ਠੀਕ ਆ, ਐਜ਼ ਅ ਰਿਕੁਆਇਰਮੈਂਟ। ਇਸ ਲਈ ਇਸ ਨੂੰ ਮੇਨ ਮੈਮਰੀ ਵੀ ਕਿਹਾ ਜਾਂਦਾ ਗਾ। ਇਸ ਨੂੰ ਟੈਂਪਰੇਰੀ ਮੈਮਰੀ ਕਹਿੰਦੇ ਨੇ। ਇਸ ਦੇ ਵਿੱਚ ਕੀ ਹੋ ਸਕਦਾ ਗਾ? ਜੋ ਵੀ ਡਾਟਾ ਰੱਖਿਆ ਹੁੰਦਾ, ਠੀਕ ਆ, ਉਹ ਪਰਮਾਨੈਂਟ ਬੇਸ 'ਤੇ ਨਹੀਂ ਹੁੰਦਾ। ਮੰਨ ਲਓ ਲਾਈਟ ਚਲੀ ਗਈ ਤਾਂ ਡਾਟਾ ਕੀ ਹੋ ਜਾਂਦਾ? ਲੋਸ ਹੋ ਜਾਂਦਾ। ਡਾਟਾ ਜਿਹੜਾ ਹੁੰਦਾ ਆਪਣੇ ਕੋਲ ਉਹ ਲੋਸ ਹੋ ਜਾਂਦਾ। ਇਸ ਲਈ ਇਸ ਨੂੰ ਟੈਂਪਰੇਰੀ ਮੈਮਰੀ ਕਿਹਾ ਜਾਂਦਾ। ਵੋਲਾਟਾਈਲ ਦਾ ਮਤਲਬ ਹੁੰਦਾ ਡਾਟਾ ਲੋਸਟ ਹੋ ਜਾਂਦਾ, ਨਸ਼ਟ ਹੋ ਜਾਂਦਾ। ਠੀਕ ਆ, ਅਚਾਨਕ ਲਾਈਟ ਚਲੀ ਜਾਵੇ ਜਾਂ ਫਿਰ ਸਿਸਟਮ ਬੰਦ ਕਰ ਦਈਏ ਤਾਂ ਉਸ ਦਾ ਜਿਹੜਾ ਡਾਟਾ ਉਹ ਲੋਸਟ ਹੋ ਜਾਂਦਾ। ਜੋ ਕਹਿੰਦਾ ਫਾਈਲਸ, ਜੇ ਕੋਈ ਮੰਨ ਲਓ ਫਾਈਲ ਸੇਵ ਨਹੀਂ ਕੀਤੀ ਹੋਈ, ਜੇ ਫਾਈਲ ਸੇਵ ਹੈ ਤਾਂ ਡਾਟਾ ਸੈਕੰਡਰੀ ਮੈਮਰੀ ਜਾਂ ਹਾਰਡ ਡਿਸਕ ਦੇ ਵਿੱਚ ਚਲਾ ਜਾਂਦਾ, ਉੱਥੋਂ ਵਾਪਸ ਓਪਨ ਕਰ ਸਕਦੇ ਹਾਂ ਅਸੀਂ। ਠੀਕ ਹੈ, ਜੇ ਫਾਈਲ ਨੂੰ ਸੇਵ ਨਹੀਂ ਕੀਤਾ ਗਿਆ ਤਾਂ ਫਿਰ ਕੀ ਹੋਊਗਾ? ਇੱਦਾਂ ਦਾ ਜਿਹੜਾ ਡਾਟਾ ਹੁੰਦਾ ਜਿਸ ਦੇ ਵਿੱਚ ਚੇਂਜਿਸ ਕੀਤੇ ਗਏ ਹੁੰਦੇ ਨੇ, ਮੰਨ ਲਓ ਅਸੀਂ ਇਨਫੋਰਮੇਸ਼ਨ ਜਾਂ ਫਿਰ ਡਾਟਾ ਜਾਂ ਫਿਰ ਫਾਈਲ ਦੇ ਵਿੱਚ ਕੁਛ ਨਾ ਕੁਛ ਐਡੀਟਿੰਗ ਕਰ ਰਹੇ ਹੁੰਦੇ ਹਾਂ। ਠੀਕ ਆ, ਉਸ ਨੂੰ ਸੇਵ ਅਸੀਂ ਨਹੀਂ ਕੀਤਾ, ਅਚਾਨਕ ਲਾਈਟ ਚਲੀ ਗਈ, ਲਾਈਟ ਬੰਦ ਹੋ ਗਈ, PC ਜਿਹੜਾ ਸਿਸਟਮ ਆ ਸਾਡਾ ਬੰਦ ਕਰ ਦਈਏ ਤਾਂ ਫਿਰ ਕੀ ਹੋਊਗਾ? ਡਾਟਾ ਸਾਡਾ ਲੋਸਟ ਹੋ ਜਾਊਗਾ। ਇਸ ਲਈ ਇਸ ਨੂੰ ਵੋਲਾਟਾਈਲ ਕਹਿੰਦੇ ਨੇਗੇ। ਜੇ ਕਹਿੰਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਵੀ ਜਿਹੜਾ ਵੀ ਵਰਕ ਸਕਰੀਨ ਦੇ ਉੱਪਰ ਹੋ ਰਿਹਾ ਹੁੰਦਾ, ਰਨ ਹੋ ਰਿਹਾ ਜਾਂ ਫਿਰ ਉਹਦੇ ਉੱਤੇ ਕੁਛ ਵੀ ਐਡੀਟਿੰਗ ਹੋ ਰਹੀ ਹੈ, ਡਿਸਪਲੇ ਮੈਮਰੀ ਦੇ ਉੱਤੇ ਸਾਨੂੰ ਜਿਹੜਾ ਸ਼ੋਅ ਹੋ ਰਿਹਾ ਸਕਰੀਨ ਦੇ ਉੱਤੇ ਜੋ ਵੀ ਸ਼ੋਅ ਹੋ ਰਿਹਾ ਉਸ ਨੂੰ ਡਿਸਪਲੇ ਮੈਮਰੀ ਵੀ ਕਹਿੰਦੇ ਨੇ। ਠੀਕ ਹੈ ਜੀ। ਰੈਮ ਦੀਆਂ ਅੱਗੇ ਟਾਈਪਸ ਨੇਗੀਆਂ, DRAM, SRAM। DRAM ਹੁੰਦੀ ਹੈ ਡਾਇਨਾਮਿਕ ਰੈਮ, ਯਾਨੀ ਕਿ ਡਾਇਨਾਮਿਕ ਰੈਂਡਮ ਐਕਸੈਸ ਮੈਮਰੀ। ਡਾਇਨਾਮਿਕ ਰੈਮ ਨੂੰ ਹੋਰ ਕੀ ਕਹਿ ਸਕਦੇ ਨੇ ਕਿ ਰਿਫਰੈਸ਼ਮੈਂਟ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ। ਠੀਕ ਆ ਜੀ, ਜੋ ਵੀ ਡਾਟਾ ਹੁੰਦਾ ਉਸ ਨੂੰ ਸੈਕਿੰਡਸ ਦੀ ਰੇਸ਼ੋ ਦੇ ਵਿੱਚ ਰੀਫਰੈਸ਼ਮੈਂਟ ਕਰਨਾ ਪੈਂਦਾ। ਆਟੋਮੈਟਿਕ ਪ੍ਰੋਗਰਾਮਿੰਗ ਹੁੰਦਾ ਇਹ, ਉਸ ਦੇ ਡਾਟਾ ਰੀਫਰੈਸ਼ਮੈਂਟ ਹੁੰਦੀ ਰਹਿੰਦੀ ਆ, ਜਿਸ ਵਜ੍ਹਾ ਕਾਰਨ ਸਾਨੂੰ ਸਕਰੀਨ 'ਤੇ ਦਿਖਾਈ ਦਿੰਦਾ। ਇਸ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਡਾਇਨਾਮਿਕ ਰੈਮ 'ਚ,
ਇਹ ਕੀ ਹੁੰਦਾ, ਸਲੋ ਹੁੰਦਾ, ਨੇਚਰ 'ਚ ਡਾਇਨਾਮਿਕ ਹੁੰਦਾ, ਜ਼ਿਆਦਾ ਪਾਵਰ ਕੰਜ਼ੂਮ ਕਰਦਾ, ਹੋਰ ਕੀ ਕਰਦਾ, ਚੀਪਰ ਵੀ ਹੁੰਦਾ ਇਹ ਸਟੈਟਿਕ ਰੈਮ ਦੇ ਕੰਪੈਰੀਜ਼ਨ। ਨੈਕਸਟ ਹੈਗੀ ਆ ਐਸ ਰੈਮ, ਜਿਹਨੂੰ ਸਟੈਟਿਕ ਰੈਂਡਮ ਐਕਸੈਸ ਮੈਮਰੀ ਕਹਿੰਦੇ ਨੇ। ਜਿਹੜੀ ਸਟੈਟਿਕ ਰੈਮ ਹੁੰਦੀ ਹੈ ਇਹ ਡਾਟਾ ਨੂੰ ਬਿਟਸ ਦੀ ਫਾਰਮ ਦੇ ਵਿੱਚ ਸਟੋਰ ਕਰਦੀ ਆ ਬਿਨਾਂ ਰੀਫਰੈਸ਼ਮੈਂਟ ਦੇ। ਇਹ ਕੀ ਕਰਦੀ ਹੈ ਕਿ ਫਾਸਟ ਵੀ ਹੁੰਦੀ ਆ, ਡਾਇਨਾਮਿਕ ਦੇ ਕੰਪੈਰੀਜ਼ਨ ਨੇਚਰ 'ਚ ਇਸ ਦੀ ਜਿਹੜੀ ਪਾਵਰ ਹੁੰਦੀ ਹੈ ਕੰਜ਼ੂਮਰ ਹੁੰਦੀ ਹੈ ਇਹ ਕੋਸਟਲੀ ਹੁੰਦੀ ਹੈ ਡਾਇਨਾਮਿਕ ਦੇ ਕੰਪੈਰੀਜ਼ਨ ਦੇਖੀਏ। ਪ੍ਰਾਇਮਰੀ ਮੈਮਰੀ ਦੀ ਜਿਹੜੀ ਦੂਸਰੀ ਟਾਈਪ ਆ ਉਹ ਕਿਹੜੀ ਹੈਗੀ, ਰੋਮ। ਠੀਕ ਆ ਜੀ, ਰੋਮ ਕੰਪਿਊਟਰ ਮੈਮਰੀ ਜਿਹੜੀ ਇਹ ਕੀ ਹੈਗੀ ਦੂਸਰੀ ਟਾਈਪ ਆ, ਜਿਹਦੀ ਫੁੱਲ ਫਾਰਮ ਹੈਗੀ ਆ ਰੀਡ ਓਨਲੀ ਮੈਮਰੀ। ਠੀਕ ਆ, ਰੋਮ ਦੇ ਵਿੱਚ ਜੋ ਵੀ ਡਾਟਾ ਹੁੰਦਾ, ਇਨਫੋਰਮੇਸ਼ਨ ਹੁੰਦੀ ਹੈ ਜਾਂ ਫਿਰ ਪ੍ਰੋਗਰਾਮਸ ਰੱਖੇ ਹੁੰਦੇ ਨੇਗੇ, ਉਹ ਸਿਰਫ ਰੀਡ ਕਰ ਸਕਦੇ ਆ। ਰੋਮ ਨੂੰ ਬਾਇਓਸ ਚਿਪ ਵੀ ਕਿਹਾ ਜਾਂਦਾ ਗਾ। ਰੋਮ ਦੇ ਵਿੱਚ ਜੋ ਮੈਮਰੀ ਆ ਉਸ ਨੂੰ ਬਾਇਓਸ ਸੈਟਿੰਗ ਕਰਕੇ ਰੱਖਿਆ ਜਾਂਦਾ। ਠੀਕ ਆ, ਬਾਇਓਸ ਹੁੰਦੀਆਂ ਨੇਗੀਆਂ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਠੀਕ ਆ ਜੀ, ਬਾਇਓਸ ਦੀ ਸੈਟਿੰਗ ਹੁੰਦੀ ਆ ਜੋ ਜਦੋਂ ਵੀ ਸਿਸਟਮ ਔਨ ਹੁੰਦਾ ਉਸ ਸਮੇਂ ਦੇ ਉੱਤੇ ਪਾਵਰ ਦੀ ਚੈਕਿੰਗ ਕੀਤੀ ਜਾਂਦੀ ਆ, ਜਿਸ ਨੂੰ ਪੋਸਟ ਪ੍ਰੋਸੈਸ ਕਹਿੰਦੇ ਨੇਗੇ। ਠੀਕ ਆ, ਪਾਵਰ ਔਨ ਸੈਲਫ ਟੈਸਟ। ਇਸ ਤੋਂ ਇਲਾਵਾ ਜਦੋਂ ਸਿਸਟਮ ਔਨ ਕਰਦੇ ਆ ਤਾਂ ਬੂਟਿੰਗ ਪ੍ਰੋਸੈਸ ਹੁੰਦਾ। ਠੀਕ ਆ, ਬੂਟਿੰਗ ਮੀਨਸ ਲੋਡਿੰਗ ਆਫ ਆਪਰੇਟਿੰਗ ਸਿਸਟਮ ਫਰੋਮ ਸੈਕੰਡਰੀ ਟੂ ਪ੍ਰਾਇਮਰੀ ਇਨ ਸੈਂਸ ਰੈਮ। ਜੋ ਵੀ ਆਪਰੇਟਿੰਗ ਸਿਸਟਮ ਸੈਕੰਡਰੀ ਮੈਮਰੀ ਦੇ ਵਿੱਚ ਸੇਵ ਹੁੰਦਾ, ਔਨ ਕਰਦੇ ਹੀ ਉਹ ਲੋਡਿੰਗ ਸਟਾਰਟ ਹੋ ਜਾਂਦੀ ਆ ਰੈਮ ਦੇ ਲਈ। ਠੀਕ ਆ, ਇਹ ਰੈਮ ਦੇ ਉੱਤੇ ਲੋਡ ਹੁੰਦਾ, ਪੂਰਾ ਪ੍ਰੋਸੈਸ ਬੂਟਿੰਗ ਪ੍ਰੋਸੈਸ ਹੁੰਦਾ। ਮਤਲਬ ਕਹਿਣ ਦਾ ਜਦੋਂ ਅਸੀਂ ਸਿਸਟਮ ਨੂੰ ਔਨ ਕਰਦੇ ਹਾਂ, ਜਿਹੜੀ ਉਸ ਟਾਈਮ ਦੇ ਉੱਤੇ ਪ੍ਰੋਸੈਸਿੰਗ ਹੁੰਦੀ ਆ ਸਿਸਟਮ ਨੂੰ ਔਨ ਕਰਦੇ ਟਾਈਮ, ਉਸ ਨੂੰ ਕੀ ਕਿਹਾ ਜਾਂਦਾ ਗਾ, ਬੂਟਿੰਗ ਪ੍ਰੋਸੈਸ। ਅੱਗੇ ਕੀ ਹੁੰਦਾ, ਇਹ ਪ੍ਰੋਸੈਸ ਸਾਰਾ ਕੰਪਲੀਟ ਹੋਣ ਦਾ ਕੰਮ ਜਿਹੜਾ ਹੁੰਦਾ ਕਿਹਦਾ ਹੁੰਦਾ, ਰੋਮ ਦਾ। ਰੋਮ ਬਾਇਓਸ ਸੈਟਿੰਗ ਦੀ ਮਦਦ ਦੇ ਨਾਲ ਇਹ ਸਾਰੀ ਕੀ ਕਰਦੀ ਆ, ਉਸ ਦੀ ਸੈਟਿੰਗਸ ਕਰਦੀ ਆ। ਇਹ ਨੋਨ ਵੋਲਾਟਾਈਲ ਮੈਮਰੀ ਹੁੰਦੀ ਆ ਕਿਉਂਕਿ ਇਸ ਦੇ ਵਿੱਚ ਜੋ ਵੀ ਰੱਖਿਆ ਹੁੰਦਾ ਉਸ ਨੂੰ ਸਿਰਫ ਅਸੀਂ ਰੀਡ ਕਰ ਸਕਦੇ ਹਾਂ, ਉਹਦੇ ਵਿੱਚ ਕੋਈ ਵੀ ਐਡੀਟਿੰਗ ਨਹੀਂ ਕਰ ਸਕਦੇ, ਚੇਂਜਸ ਨਹੀਂ ਕਰ ਸਕਦੇ, ਡਿਲੀਟ ਨਹੀਂ ਕਰ ਸਕਦੇ। ਇਸ ਲਈ ਰੋਮ ਨੂੰ ਕੀ ਕਿਹਾ ਜਾਂਦਾ, ਫਰਮਵਾਇਰ ਵੀ ਕਿਹਾ ਜਾਂਦਾ, ਕਿਉਂਕਿ ਇਹ ਉਹ ਮੈਮਰੀ ਆ ਜੋ ਫਰਮ ਤੋਂ ਹੀ, ਜਿੱਥੇ ਮਦਰਬੋਰਡ ਡਿਜ਼ਾਈਨ ਕੀਤਾ ਜਾਂਦਾ, ਠੀਕ ਆ, ਉਸ ਕੰਪਨੀ ਤੋਂ ਹੀ ਲਗਾ ਕੇ ਦਿੱਤੀ ਜਾਂਦੀ ਹੈ। ਕਹਿਣ ਦਾ ਮਤਲਬ ਇਨਬਿਲਡ ਹੁੰਦੀ ਆ, ਮਦਰਬੋਰਡ ਦੇ ਵਿੱਚ ਇਨਬਿਲਡ ਹੁੰਦੀ ਹੈ ਇਹ, ਇਸ ਲਈ ਇਸ ਨੂੰ ਫਰਮਵਾਇਰ ਵੀ ਕਿਹਾ ਜਾਂਦਾ। ਇਸ ਦੀ ਅੱਗੇ ਕੈਟਾਗਰੀਜ਼ ਨੇਗੀਆਂ, ਟਾਈਪਸ ਨੇਗੀਆਂ ਨੈਕਸਟ ਇਹਦੀਆਂ। ਫਸਟ ਵਨ ਹੈਗੀ ਪੀ ਰੋਮ। ਜਿਹੜੀ ਪੀ ਰੋਮ ਹੁੰਦੀ ਹੈਗੀ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਇਹਦੇ ਵਿੱਚ ਕੀ ਕੀਤਾ ਜਾਂਦਾ, ਰੋਮ ਦੇ ਬਾਰੇ ਅਸੀਂ ਪੜ੍ਹ ਲਿਆ। ਠੀਕ ਆ ਜੀ, ਇਹ ਸਿਰਫ ਰੀਡ ਓਨਲੀ ਮੈਮਰੀ ਆ। ਰੋਮ ਕੀ ਹੈਗੀ, ਮਦਰਬੋਰਡ ਦੇ ਅੰਦਰ ਇਹ ਰੋਮ ਜਿਹੜੀ ਆ ਇਹ ਕੰਪਨੀ ਵੱਲੋਂ ਇਨਬਿਲਡ ਹੋ ਕੇ ਆਉਂਦੀ ਆ। ਠੀਕ ਆ, ਇਸ ਤੋਂ ਬਾਅਦ ਅਸੀਂ ਕੋਈ ਵੀ ਚੇਂਜਿਸ ਨਹੀਂ ਕਰ ਸਕਦੇ, ਬਟ ਕੁਝ ਸਮਾਂ ਬਾਅਦ ਟੈਕਨੋਲੋਜੀ 'ਚ ਥੋੜ੍ਹਾ ਇੰਪਰੂਵਮੈਂਟ ਆਈ, ਕੁਝ ਮਤਲਬ ਇੱਦਾਂ ਦੇ ਰੋਮ ਆਉਣ ਲੱਗ ਗਈ ਜਿਸ ਨੂੰ ਕੀ ਸੀਗਾ ਅਸੀਂ ਬਾਅਦ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਸੀਗੇ। ਇੱਦਾਂ ਦੀ ਰੋਮ ਨੂੰ ਪੀ ਰੋਮ ਕਿਹਾ ਜਾਂਦਾ। ਇਸ ਤੋਂ ਬਾਅਦ ਆਉਂਦੀ ਆ ਹੋਰ ਵੀ ਰੋਮ ਡਿਜ਼ਾਈਨ ਕਰੀ ਗਈ, ਪਹਿਲਾਂ ਤੋਂ ਪੜ੍ਹੇ ਗਏ ਪ੍ਰੋਗਰਾਮਸ ਨੂੰ ਹਟਾ ਕੇ ਉਸ ਦੇ ਉੱਪਰ ਪ੍ਰੋਗਰਾਮ ਕਰਿਆ ਜਾ ਸਕਦਾ ਸੀ। ਠੀਕ ਆ, ਕਿਉਂਕਿ ਜੋ ਸੀਗੀ ਪੀ ਰੋਮ ਹੁੰਦੀ ਸੀ, ਜੇ ਉਸ ਨੂੰ ਬਲੈਂਕ ਲੈ ਕੇ ਆਈਏ ਉਸ ਤੋਂ ਬਾਅਦ ਉਸ ਦੇ ਉੱਪਰ ਅਸੀਂ ਕੋਈ ਵੀ ਪ੍ਰੋਗਰਾਮ ਕਰ ਸਕਦੇ ਹਾਂ। ਈ ਪੀ ਰੋਮ 'ਚ ਜੇ ਪਹਿਲਾਂ ਤੋਂ ਹੀ ਪ੍ਰੋਗਰਾਮ ਪਏ ਹੋਣ, ਈ ਪੀ ਰੋਮ ਦੇ ਵਿੱਚ ਕੀ ਹੁੰਦਾ, ਜੇ ਪਹਿਲਾਂ ਤੋਂ ਹੀ ਪ੍ਰੋਗਰਾਮ ਪਏ ਹੋਣ ਤਾਂ ਕੀ ਹੁੰਦਾ, ਉਹਦੇ ਵਿੱਚ ਪ੍ਰੋਗਰਾਮ ਪਏ ਹੋਣ ਤਾਂ ਉਹਨੂੰ ਅਸੀਂ ਅਰੇਜ਼ ਕਰ ਸਕਦੇ ਹਾਂ, ਉਸ ਤੋਂ ਬਾਅਦ ਨਵੇਂ ਪ੍ਰੋਗਰਾਮ ਰੱਖ ਸਕਦੇ ਹਾਂ। ਇਸ 'ਚ ਵੀ ਕੀ ਹੁੰਦਾ ਗਾ, ਇੱਕ ਕਹਿੰਦਾ ਇੱਦਾਂ ਸਿਰਫ ਅਸੀਂ ਇੱਕ ਵਾਰ ਕਰ ਸਕਦੇ ਹਾਂ ਉਸ ਪ੍ਰੋਗਰਾਮ ਨੂੰ, ਮਤਲਬ ਅਰੇਜ਼ ਕਰਕੇ ਨਿਊ ਪ੍ਰੋਗਰਾਮ ਬਣਾ ਸਕਦੇ ਹਾਂ। ਅੱਗੇ ਆ ਗਿਆ ਈ ਪੀ ਰੋਮ। ਕਹਿੰਦਾ ਇਹ ਇੱਕ ਇੱਦਾਂ ਦੀ ਰੋਮ ਆ ਜਿਹੜੀ ਕੀ ਕਰ ਸਕਦੇ ਹਾਂ ਅਸੀਂ, ਜਿਸ ਦੇ ਵਿੱਚ ਸਿਰਫ ਜਿੰਨੀ ਵਾਰ ਚਾਹੀਏ ਅਸੀਂ ਓਨੀ ਵਾਰ ਹੀ ਪ੍ਰੋਗਰਾਮ ਕਰ ਸਕਦੇ ਹਾਂ। ਰੱਖੇ ਹੋਏ ਪ੍ਰੋਗਰਾਮਸ ਨੂੰ ਅਸੀਂ ਡਿਲੀਟ ਕਰ ਸਕਦੇ ਹਾਂ, ਨਵੇਂ ਪ੍ਰੋਗਰਾਮ ਨੂੰ ਇੰਸਟਾਲ ਕਰ ਸਕਦੇ ਹਾਂ। ਠੀਕ ਆ, ਇਸ ਪ੍ਰੋਸੈਸ ਨੂੰ ਬੋਲਦੇ ਆਂਗੇ ਬਰਨਿੰਗ ਪ੍ਰੋਸੈਸ। ਬਰਨਿੰਗ ਕਿਹਾ ਜਾਂਦਾ ਗਾ ਇਸ ਪ੍ਰੋਸੈਸ ਨੂੰ। ਕਿਸੇ ਵੀ ਚਿਪ 'ਚ
ਜਾਂ ਫਿਰ ਪ੍ਰੋਗਰਾਮਸ ਨੂੰ ਜਦੋਂ ਇੱਦਾਂ ਦੀ ਕੰਡੀਸ਼ਨ ਦੇ ਵਿੱਚ ਰਾਈਟ ਕਰ ਸਕਦੇ ਹਾਂ, ਠੀਕ ਆ, ਐਡਿਟ ਨਹੀਂ ਕਰ ਸਕਦੇ ਤਾਂ ਉਸ ਨੂੰ ਬਰਨਿੰਗ ਪ੍ਰੋਸੈਸ ਕਿਹਾ ਜਾਂਦਾ। ਇਸ ਲਈ ਰੋਮ ਦੇ ਬਾਰੇ ਸੀਗਾ ਇਹ ਸਾਰਾ ਅਸੀਂ ਨੇ ਪੜ੍ਹਿਆ ਰੋਮ ਦੇ ਬਾਰੇ। ਇਸ ਤੋਂ ਬਾਅਦ ਆਉਂਦੀ ਆ ਕੈਸ਼ ਮੈਮਰੀ, ਠੀਕ ਆ। ਇਹ ਵੀ ਕੀ ਹੁੰਦੀ ਆ, ਇਹ ਵੀ ਇੱਕ ਤਰ੍ਹਾਂ ਦੀ ਪ੍ਰਾਇਮਰੀ ਮੈਮਰੀ ਆ, ਜਿਹਦੇ ਵਿੱਚ ਕੀ ਹੁੰਦਾ ਗਾ, ਇਹ ਵੀ ਪ੍ਰੋਸੈਸ ਦੇ ਨਾਲ ਹੀ ਯੂਜ਼ ਹੁੰਦੀ ਆ, ਪ੍ਰੋਸੈਸਰ ਦੇ ਨਾਲ ਹੀ ਯੂਜ਼ ਹੁੰਦੀ ਆ, ਠੀਕ ਆ। ਇਹ ਕੰਪਿਊਟਰ ਸਿਸਟਮ ਦੀ ਸਭ ਤੋਂ ਫਾਸਟ ਮੈਮਰੀ ਕਹਾਉਂਦੀ ਆ। ਇਸ ਤੋਂ ਫਾਸਟ ਕੋਈ ਮੈਮਰੀ ਵਰਕ ਨਹੀਂ ਕਰ ਸਕਦੀ, ਇਸ ਤੋਂ ਵੱਧ ਫਾਸਟ ਕੋਈ ਮੈਮਰੀ ਨਹੀਂ ਵਰਕ ਕਰ ਸਕਦੀ। ਅੱਗੇ ਆ ਗਿਆ ਇਹਦੇ ਵਿੱਚ ਕੀ ਹੋਰ ਕੀ ਹੋ ਸਕਦਾ, ਇਹ ਪ੍ਰੋਸੈਸਰ ਅਤੇ ਰੈਮ ਦੇ ਵਿਚਕਾਰ ਕੀ ਕਰਦੀ ਆ, ਵਰਕ ਕਰਦੀ ਆ। ਇਹ ਸਪੈਸ਼ਲੀ ਪ੍ਰੋਸੈਸ ਦਾ ਪਾਰਟ ਹੁੰਦੀ ਆ। ਜੋ ਵੀ ਡਾਟਾ ਅਸੀਂ ਪ੍ਰੋਸੈਸ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਕੈਸ਼ ਮੈਮਰੀ ਕੋਲ ਜਾਂਦਾ, ਉੱਥੇ ਹੀ ਫਿਰ ਉਸ ਦਾ ਜਿਹੜਾ ਐਡਰੈਸ ਆ, ਠੀਕ ਆ, ਕੈਲਕੂਲੇਟ ਹੋ ਕੇ ਸਟੋਰ ਹੋ ਜਾਂਦਾ। ਇਨ ਫਿਊਚਰ ਉਹ ਡਾਟੇ ਨੂੰ ਅਸੀਂ ਦੁਬਾਰਾ ਰੀਕਾਲ ਕਰਦੇ ਹਾਂ, ਸਾਨੂੰ ਉਸ ਨੂੰ ਲੱਭਣਾ ਨਹੀਂ ਪੈਂਦਾ, ਮਤਲਬ ਕਹਿਣ ਦਾ ਕੈਸ਼ ਮੈਮਰੀ 'ਚ ਉਹ ਫਾਸਟ ਐਕਸੈਸ ਹੋ ਜਾਂਦਾ। ਜੋ ਕਰੰਟਲੀ ਡਾਟਾ ਜਾਂ ਫਿਰ ਇਨਫੋਰਮੇਸ਼ਨ ਯੂਜ਼ ਕਰੀਆਂ ਜਾਂਦੀਆਂ ਨੇ ਉਹ ਸਾਰੇ ਕੀ ਹੁੰਦੇ ਨੇ, ਐਡਰੈਸ ਨੂੰ ਕੈਲਕੂਲੇਟ ਕਰਕੇ ਆਪਣੇ ਕੋਲ ਮਤਲਬ ਰੱਖਦਾ। ਉਸ ਤੋਂ ਬਾਅਦ ਇਸ ਨੂੰ ਕੀ ਕਿਹਾ ਜਾਂਦਾ ਕਿ ਕੈਸ਼ ਮੈਮਰੀ। ਸਭ ਤੋਂ ਪਹਿਲਾਂ ਡਾਟਾ ਕੈਸ਼ ਮੈਮਰੀ ਦੇ ਕੋਲ ਕੈਸ਼ ਚੈੱਕ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ ਗਾ, ਜੇ ਉੱਥੇ ਉਹ ਨਾ ਹੋਵੇ ਫਿਰ ਉਹ ਰੈਮ ਦੇ ਕੋਲ ਜਾਂਦਾ, ਠੀਕ ਆ। ਇਸ ਨੂੰ CPU ਮੈਮਰੀ ਵੀ ਕਿਹਾ ਜਾਂਦਾ ਕਿਉਂਕਿ ਇਹ ਕੀ ਹੈਗਾ, ਪ੍ਰੋਸੈਸਰ ਦਾ ਹੀ ਪਾਰਟ ਹੁੰਦੀ ਆ। ਨੈਕਸਟ ਹੈਗੀ ਆਗੀ ਵਰਚੁਅਲ ਮੈਮਰੀ। ਵਰਚੁਅਲ ਮੈਮਰੀ ਕੀ ਹੁੰਦੀ ਆ, ਇਹ ਕੋਈ ਵੀ ਸਪੈਸ਼ਲ ਇਹਦਾ ਕੋਈ ਵੀ ਸਪੈਸ਼ਲ ਨਾਮ ਨਹੀਂ ਹੈਗਾ। ਸਿਸਟਮ 'ਤੇ ਜੋ ਵੀ ਮਤਲਬ ਹਾਰਡ ਡਿਸਕ ਲੱਗੀ ਹੁੰਦੀ ਆ, ਠੀਕ ਆ, ਇਹ ਉਹ ਹਾਰਡ ਡਿਸਕ ਦਾ ਹੀ ਪਾਰਟ ਹੁੰਦੀ ਆ ਜਿਸ ਨੂੰ ਆਪਰੇਟਿੰਗ ਸਿਸਟਮ ਦਾ ਸਪੈਸ਼ਲ ਮੈਨੇਜਮੈਂਟ ਕਿਹਾ ਜਾਂਦਾ। ਜਦੋਂ ਵੀ ਸਿਸਟਮ ਦੇ ਵਿੱਚ ਵਰਕਿੰਗ ਹੋ ਰਹੀ ਹੁੰਦੀ ਆ ਕਦੇ ਕਦੇ ਸਪੇਸ ਘੱਟ ਜਾਂਦੀ ਆ ਤਾਂ ਕੀ ਹੁੰਦਾ ਗਾ, ਐਕਸਟਰਾ ਮੈਮਰੀ ਦੀ ਉੱਥੇ ਫਿਰ ਰਿਕੁਆਇਰਮੈਂਟ ਆਉਂਦੀ ਆ, ਠੀਕ ਆ। ਇੱਦਾਂ ਦੇ ਕੇਸ ਦੇ ਵਿੱਚ ਆਪਰੇਟਿੰਗ ਸਿਸਟਮ ਦੇ ਵਿੱਚ ਪ੍ਰੋਗਰਾਮ ਨੂੰ ਰੀਸੋਲਵ ਕਰਨ ਦੇ ਲਈ ਹਾਰਡ ਡਿਸਕ ਦਾ ਕੁਝ ਪਾਰਟ ਆ ਜਿਹੜਾ ਅਵੇਲੇਬਲ ਕਰਾਉਣਾ ਪੈਂਦਾ। ਐਜ਼ ਆ ਪ੍ਰਾਇਮਰੀ ਮੈਮਰੀ ਵਰਕਿੰਗ ਦੇ ਲਈ ਉਸ ਨੂੰ ਕੀ ਕਿਹਾ ਜਾਂਦਾ ਗਾ, ਫਿਰ ਹਾਰਡ ਡਿਸਕ ਦੇ ਪਾਰਟ ਦੇ ਵਿੱਚ ਕੀ ਹੁੰਦਾ, ਉਹ ਅਵੇਲੇਬਲ ਕਰਾਉਂਦਾ ਰੈਮ ਦੇ ਨਾਲ ਐਜ਼ ਆ ਪ੍ਰਾਇਮਰੀ ਮੈਮਰੀ ਵਰਕਿੰਗ ਦੇ ਲਈ। ਤਾਂ ਉਸ ਹਾਰਡ ਡਿਸਕ ਦੇ ਪਾਰਟ ਨੂੰ ਜੋ ਰੈਮ ਦੇ ਨਾਲ ਯੂਜ਼ ਹੁੰਦਾ ਸਪੈਸ਼ਲ ਕੇਸ ਦੇ ਵਿੱਚ ਉਸ ਨੂੰ ਕੀ ਕਿਹਾ ਜਾਂਦਾ ਗਾ, ਵਰਚੁਅਲ ਮੈਮਰੀ। ਨੈਕਸਟ ਹੈਗੀ ਸੈਕੰਡਰੀ ਮੈਮਰੀ, ਠੀਕ ਹੈ ਜੀ। ਮੈਮਰੀ ਦੀ ਜਿਹੜੀ ਮੇਨ ਸੈਕਿੰਡ ਪਾਰਟ ਆ ਉਹ ਹੈਗੀ ਸੈਕੰਡਰੀ ਮੈਮਰੀ। ਕੰਪਿਊਟਰ ਸਿਸਟਮ ਦੇ ਵਿੱਚ ਪਰਮਾਨੈਂਟ ਸਟੋਰ ਰੱਖਦੀ ਹੈ। ਇਹ ਸਟੋਰੇਜ ਜੋ ਵੀ ਡਾਟਾ ਨੂੰ, ਫਾਈਲ ਨੂੰ ਪਰਮਾਨੈਂਟ ਸਟੋਰ ਕਰਕੇ ਰੱਖਦੀ ਆ। ਐਗਜ਼ਾਮਪਲ ਦੇ ਤੌਰ 'ਤੇ ਹਾਰਡ ਡਿਸਕ ਹੋ ਗਈ, ਠੀਕ ਆ, ਜਿੱਥੇ ਸਾਰੇ ਪ੍ਰੋਗਰਾਮਸ ਫਾਈਲਸ ਸਟੋਰ ਕਰਕੇ ਰੱਖੇ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਸੈਕੰਡਰੀ ਮੈਮਰੀਜ਼ ਹੁੰਦੀਆਂ ਨੇਗੀਆਂ ਜੋ ਕੀ ਕਰਦੀਆਂ ਨੇਗੀਆਂ, ਪਰਮਾਨੈਂਟ ਸਟੋਰੇਜ ਦੇ ਲਈ ਰੱਖੀਆਂ ਜਾਂਦੀਆਂ ਨੇ। ਜਿਵੇਂ ਆ ਗਿਆ CD, DVD, ਠੀਕ ਆ, ਪੈਨ ਡਰਾਈਵ, ਇਹ ਸਾਰੀਆਂ ਕੀ ਨੇਗੀਆਂ, ਸੈਕੰਡਰੀ ਮੈਮਰੀਜ਼। ਹਾਂਜੀ, ਇਹਦੇ ਵਿੱਚ ਯੂਨਿਟਸ ਆਫ ਮੈਮਰੀ ਦੇ ਵਿੱਚ ਕੀ ਆ ਜਾਂਦਾ, ਜਿਵੇਂ ਬਿਟਸ ਹੁੰਦੀਆਂ ਨੇ, ਠੀਕ ਆ। ਬਿਟ ਹੁੰਦੀ ਆ ਬਾਈਨਰੀ ਡਿਜਿਟ, ਜਿਵੇਂ ਕਿ 0 ਅਤੇ 1, ਇਹ ਕੀ ਨੇਗੇ, ਬਾਈਨਰੀ ਡਿਜਿਟ। ਜੇ 4 ਬਿਟ ਹੋਵੇ ਤਾਂ 4 ਬਿਟ ਦਾ ਇੱਕ ਨਿਬਲ ਹੁੰਦਾ, ਠੀਕ ਆ। ਇੱਦਾਂ ਹੀ 8 ਬਿਟਸ ਦਾ ਕੀ ਹੁੰਦਾ, 1 ਬਾਈਟ ਹੁੰਦੀ ਆ। ਫਿਰ 1024 ਬਾਈਟਸ ਦਾ ਕੀ ਬਣਦਾ, 1 ਕਿਲੋ ਬਾਈਟ। 1024 ਕਿਲੋ ਬਾਈਟ ਦਾ ਬਣਦਾ 1 ਮੈਗਾਬਾਈਟ, ਠੀਕ ਆ ਜੀ। 1 ਮੈਗਾਬਾਈਟ ਬਣ ਜਾਂਦਾ। ਉਸ ਤੋਂ ਬਾਅਦ 1024 ਮੈਗਾਬਾਈਟ ਦਾ ਕੀ ਬਣਦਾ, 1 ਗੀਗਾਬਾਈਟ। ਜੇ ਹੋਵੇ 1024 ਗੀਗਾਬਾਈਟ ਤੋਂ ਬਣ ਜਾਂਦਾ 1 ਟੈਰਾਬਾਈਟ, ਠੀਕ ਆ। ਹੋਰ ਵੀ ਬਹੁਤ ਸਾਰੇ ਯੂਨਿਟਸ ਨੇ ਇੱਦਾਂ ਹੀ। ਥੈਂਕਸ ਐਵਰੀਵਨ।